चलो जी नैक्सट का टॉपिक है बॉन्डिंग इन कोऑर्डिनेशन कंपाउंड जिहदे पढ़ा जी वैलेंस बॉन्ड थ्योरी प्लस वन ਅਸੀਂ पढ़ते हैं जी मॉलिक्यूलर ऑर्बिटल थ्योरी लिगेंड फील्ड थ्योरी पढ़ते हैं जी मॉलिक्यूलर ऑर्बिटल थ्योरी है ਉਹਦੇ ਆਪਾਂ ਪਹਿਲਾਂ ਕਹਿ ਸਕਦੇ ਹਾਂ ਕਿ ਜਿਹੜਾ ਮੈਗਨੈਟਿਕ ਕਰੈਕਟਰ ਹੈ ਬਹੁਤ ਵਧੀਆ ਤਰ੍ਹਾਂ ਸ਼ੋ ਕਰਦੀ ਹੈ ਜਿਹੜੀ ਮੋਲੀਕੂਲਰ ਆਰਬਿਟਲ ਥਿਊਰੀ ਹੈ ਨਾ ਉਹ ਕਿਸੇ ਵੀ ਕੰਪਾਊਂਡ ਦਾ ਮੈਗਨੈਟਿਕ ਕਹਿ ਸਕਦੇ ਹਾਂ ਕਿ ਮੈਗਨੈਟਿਕ ਪ੍ਰੋਪਰਟੀ ਬਹੁਤ ਵਧੀਆ ਤਰ੍ਹਾਂ ਐਕਸਪਲੇਨ ਕਰਦੀ ਹੈ ਜਿਹੜੀ ਮੋਲੀਕੂਲਰ ਆਰਬਿਟਲ ਥਿਊਰੀ ਹੈ ਨਾ ਪਲੱਸ 1 ਦੇ ਵਿੱਚ ਹੈਗੀ ਆ ਔਰ ਉਹ ਜਿਹੜੀ ਥਿਊਰੀ ਹੈ ਉਹ ਕਿਸੇ ਵੀ ਕੰਪਾਊਂਡ ਦਾ ਮੈਗਨੈਟਿਕ ਕਰੈਕਟਰ ਜਾਂ ਉਹਦੀ ਮੈਗਨੈਟਿਕ ਪ੍ਰੋਪਰਟੀ ਬਹੁਤ ਵਧੀਆ ਤਰੀਕੇ ਨਾਲ ਦੱਸਦੀ ਹੈ ਪਰ ਜਿਹੜੀ ਵੈਲੈਂਸ ਬੌਂਡ ਥਿਊਰੀ ਹੈ ये वाली ਇਹਦਾ ਡਰਾਪ ਹੈ ਗਿਆ ਕਿ ਇਹ ਮੈਗਨੈਟਿਕ ਪ੍ਰੋਪਰਟੀ ਨਹੀਂ ਕਰਦੀ ਇਹਦੇ ਵਾਸਤੇ ਜਦੋਂ ਵੀ ਇਹਨੂੰ ਹੀ ਕਰਨਾ ਵਾ ਇਹਦੇ ਜਿਹੜੀ ਮੈਗਨੈਟਿਕ ਪ੍ਰੋਪਰਟੀ ਸਾਨੂੰ ਖੁਦ ਯਾਦ ਕਰਨੀ ਪਊਗੀ ਠੀਕ ਹੈ ਜੀ ਇਹਦੇ ਵਾਸਤੇ ਸਾਨੂੰ ਜਿਹੜੀ ਮੈਗਨੈਟਿਕ ਪ੍ਰੋਪਰਟੀ ਆ ਉਹ ਸਾਨੂੰ ਖੁਦ ਯਾਦ ਕਰਨੀ ਪਊਗੀ ਪਰ ਜਿਹੜੀ ਮੋਲੀਕੂਲਰ ਆਰਬਿਟਲ ਥਿਊਰੀ ਆ ਉਹਨੇ ਕੀ ਹੈ ਜੀ ਕਿਸੇ ਵੀ ਕੰਪਾਊਂਡ ਦਾ ਮੈਗਨੈਟਿਕ ਪ੍ਰੋਪਰਟੀ ਜਾਂ ਉਹਦਾ ਜਿਹੜਾ ਮੈਗਨੈਟਿਕ ਕਰੈਕਟਰ ਹੈ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੀ ਹੈ ਸਾਨੂੰ ਯਾਦ ਰੱਖਣ ਦੀ ਲੋੜ ਨਹੀਂ ਆਪਣੇ ਆਪ ਪਤਾ ਲੱਗ ਜਾਂਦਾ ਕਿ ਇਹ ਵਾਲਾ ਕੰਪਾਊਂਡ ਜਿਹੜਾ ਵਾ ਡਾਈਮੈਗਨੈਟਿਕ ਆ ਜਾਂ ਫਿਰ ਪੈਰਾਮੈਗਨੈਟਿਕ ਹੈ सो उस तो बाद देखो जी एक तो मेरे उसमें बॉन्ड थ्योरी का ड्रॉबैक हो गया नोट ही कर लो बड़ा जाए ये ड्रॉबैक है जी दे डू नॉट शो या लिखो जी लीबिटी इन्हों शॉर्ट दे विच लीबिटी भी कह दिंदे हैं जी वेरियस बॉन्ड थ्योरी डू नॉट शो Valence bond theory do not show the magnetic property of any compounds. Magnetic property of any compounds. ये property ना ले लो जी magnetic properties of any compound. देखो जी सब तो पहले हम मैग्नेटिक प्रॉपर्टी की गल करते हो सकता है सॉलिड स्टेट वाले चैप्टर पढ़ा है कि पैरामैग्नेटिक प्रॉपर्टी की होती है और डाईमैग्नेटिक प्रॉपर्टी की होती है ਜਿਹੜੀ पैरामैग्नेटिक प्रॉपर्टी है ਇਹਦੇ ਵਿੱਚ देखो जी इट कंटेन्स अनपेयर्ड इलेक्ट्रॉन्स ਇਹਦੇ ਵਿੱਚ ਜਿਹੜੇ ਇਲੈਕਟ੍ਰੋਨ ਹੁੰਦੇ ਆ ਥੋੜੇ ਬਹੁਤ ਅਨਪੇਅਰਡ ਹੁੰਦੇ ਆ ਅਗਰ ਉਹ ਅਨਪੇਅਰਡ ਇਲੈਕਟ੍ਰੋਨਸ ਆ ਉਹਦੇ ਨਾਲ ਕੀ ਹੋਊਗਾ ਜੀ ਕਹਿ ਸਕਦੇ ਹਾਂ ਕਿ ਔਡ ਨੰਬਰ ਆਫ ਇਲੈਕਟ੍ਰੋਨ ਹੋਣਗੇ ਉਹਦਾ ਜੋੜਾ ਨਹੀਂ ਬਣਦਾ ਪਿਆ ਜੋੜੇ ਨਹੀਂ ਬਣਦੇ ਪਏ ਉਹਦੇ ਵਿੱਚ ਜਾਂ ਪੇਅਰ ਨਹੀਂ ਬਣਦੇ ਪਏ ਸੋ ਅਗਰ ਇਹ ਵਾਲੇ ਜਿਹੜੇ ਅਨਪੇਅਰਡ ਇਲੈਕਟ੍ਰੋਨਸ ਆ ਇਹਨੂੰ ਅਗਰ ਮੈਂ ਮੈਗਨੈਟਿਕ ਫੀਲਡ ਦੇ ਵਿੱਚ ਲੈ ਕੇ ਜਾਣਾ ਹਾਂ ਤੇ ਮੈਗਨੈਟਿਕ ਫੀਲਡ ਕੀ ਕਰਦਾ ਜੀ ਇਹਨੂੰ ਅਟਰੈਕਟ ਕਰਦਾ ਆਪਦੇ ਵੱਲ ਖਿੱਚਦਾ ਸੋ ਉਹਨੂੰ ਬੋਲਦੇ ਨੇ ਵੀ ਪੈਰਾਮੈਗਨੈਟਿਕ ਪ੍ਰੋਪਰਟੀ ਉਸ ਤੋਂ ਬਾਅਦ ਡਾਈਮੈਗਨੈਟਿਕ ਦੀ ਗੱਲ ਕਰ ਲਓ ਇਟ ਕੰਟੇਨਸ ਪੇਅਰਡ ਇਲੈਕਟ੍ਰੋਨਸ ਔਰ ਈਵਨ ਨੰਬਰ ਆਫ ਇਲੈਕਟ੍ਰੋਨਸ ਇਹਦੇ ਵਿੱਚ ਦੇਖੋ ਜੀ ਜਿੰਨੇ ਵੀ ਇਲੈਕਟ੍ਰੋਨਸ ਹੋਣਗੇ ਸਾਰੇ ਪੇਅਰਡ ਹੋਣਗੇ ਦੋ ਦੋ ਦਾ ਜੋੜਾ ਬਣਿਆ ਹੋਊਗਾ ਕਿ ਇਲੈਕਟ੍ਰੋਨਸ ਦਾ ਕੋਈ ਸਿੰਗਲ ਇਲੈਕਟ੍ਰੋਨ ਨਹੀਂ ਹੋਊਗਾ ਅਗਰ ਉਹਨਾਂ ਨੂੰ ਮੈਂ ਮੈਗਨੈਟਿਕ ਫੀਲਡ ਦੇ ਵਿੱਚ ਲੈ ਕੇ ਜਾਂਦਾ ਵਾ ਤਾਂ ਮੈਗਨੈਟਿਕ ਫੀਲਡ ਕੀ ਕਰੂਗਾ ਜੀ ਉਹਨੂੰ ਰਿਪੈਲ ਕਰੂਗਾ ਜਿਵੇਂ ਮੈਗਨੇਟ ਹੁੰਦੀ ਹੈ ਨਾ ਮੈਗਨੇਟ ਦਾ ਨਾਰਥ ਜਾਂ ਸਾਊਥ ਪੋਲ ਨੇੜੇ ਲੈ ਕੇ ਜਾਏਗਾ ਰਿਪੈਲ ਕਰੂਗਾ ਅਗਰ ਨਾਰਥ ਸਾਊਥ ਨੇੜੇ ਲੈ ਕੇ ਜਾਓਗੇ ਅਟਰੈਕਟ ਕਰਦਾ ਆਪਦੇ ਵੱਲ ਨੂੰ ਖਿੱਚਦਾ ਵਾ ਇਹਦੀ ਮੈਗਨੇਟ ਵੇਖੀ ਹੈ ਯੈਸ ਜਿਹੜੀ ਮੈਗਨੇਟ ਹੈ ਉਹਦੇ ਦੋ ਪੋਲ ਹੁੰਦੇ ਆ ਨਾਰਥ ਔਰ ਸਾਊਥ ਅਗਰ ਨਾਰਥ ਜਾਂ ਸਾਊਥ ਨੇੜੇ ਲੈ ਕੇ ਜਾਓਗੇ ਤਾਂ ਕੀ ਕਰੂਗਾ ਜੀ ਰਿਪੈਲ ਕਰੂਗਾ ਅਗਰ ਨਾਰਥ ਔਰ ਸਾਊਥ ਨੇੜੇ ਲੈ ਕੇ ਜਾਓਗੇ ਅਟਰੈਕਟ ਕਰੂਗਾ ਸੋ ਇਹਦੇ ਵਿੱਚ ਦੇਖੋ ਜੀ ਤੁਸੀਂ ਮੋਲੀਕੂਲਰ ਆਰਬਿਟਲ ਥਿਊਰੀ ਨਹੀਂ ਪੜ੍ਹੀ ਉਹਦੇ ਵਿੱਚ ਇਦਾਂ ਦਾ ਕੋਈ ਇਲੈਕਟ੍ਰੋਨ ਜਿਹੜੇ ਪੇਅਰ ਹੁੰਦੇ ਇਹਨਾਂ ਕਰਕੇ ਪੇਅਰ ਬਣੇ ਹੁੰਦੇ ਕੋਈ ਇਲੈਕਟ੍ਰੋਨ ਜਿਹੜੇ ਸਿੰਗਲ ਹੁੰਦੇ ਇਹਨਾਂ ਕਰਕੇ ਅਲੱਗ-ਅਲੱਗ ਹੁੰਦੇ ਸੋ ਜਿਹੜੇ ਇਹ ਵਾਲੇ ਅਨਪੇਅਰਡ ਇਲੈਕਟ੍ਰੋਨ ਹੈ ਅਗਰ ਇਹਨਾਂ ਨੂੰ ਮੈਂ ਮੈਗਨੈਟਿਕ ਫੀਲਡ 'ਚ ਲੈ ਕੇ ਜਾਂਦਾ ਤਾਂ ਮੈਗਨੈਟਿਕ ਫੀਲਡ ਨੂੰ ਕੀ ਕਰੂਗਾ ਜੀ ਇਹ ਵਾਲੇ ਇਲੈਕਟ੍ਰੋਨ ਨੂੰ ਅਟਰੈਕਟ ਕਰਦਾ ਔਰ ਇਹ ਕੀ ਦੱਸਾਂਗੇ ਵੇਖ ਕੇ ਕਿ ਇਹਦੀ ਕਿਹੜੀ ਪ੍ਰੋਪਰਟੀ ਹੈ ਪੈਰਾਮੈਗਨੈਟਿਕ ਪ੍ਰੋਪਰਟੀ ਹੈ ਅਗਰ ਸਾਰੇ ਇਲੈਕਟ੍ਰੋਨ ਇਦਾਂ ਹੋਣਗੇ ਦੋ ਦੋ ਦੇ ਵਿੱਚ ਇਦਾਂ ਕਰਕੇ ਜੋੜੇ ਬਣੇ ਹੋਣਗੇ ਅਗਰ ਇਹਨਾਂ ਨੂੰ ਮੈਂ ਮੈਗਨੈਟਿਕ ਫੀਲਡ ਦੇ ਵਿੱਚ ਲੈ ਕੇ ਜਾਂਦਾ ਤਾਂ ਮੈਗਨੈਟਿਕ ਫੀਲਡ ਇਹਨਾਂ ਨੂੰ ਕੀ ਕਰੂਗਾ ਜੀ ਰਿਪੈਲ ਕਰੂਗਾ ਸੋ ਰਿਪੈਲ ਜਦੋਂ ਕਰਦਾ ਵਾ ਉਹਨੂੰ ਬੋਲਦੇ ਨੇ ਡਾਈਮੈਗਨੈਟਿਕ ਪ੍ਰੋਪਰਟੀ ਤੁਹਾਨੂੰ ਪਤਾ ਹੈ ਇਲੈਕਟ੍ਰੋਨ ਤੇ ਕਿਹੜਾ ਚਾਰਜ ਹੁੰਦਾ ਵਾ ਨੈਗੇਟਿਵ ਚਾਰਜ ਹੁੰਦਾ ਵਾ ਸੋ ਵੇਖੋ ਜੀ ਜਦੋਂ ਇਹ ਦੋ ਦੋ ਇਲੈਕਟ੍ਰੋਨ ਦਾ ਜੋੜਾ ਬਣ ਜਾਂਦਾ ਬੈਲੈਂਸ ਹੋ ਜਾਂਦੇ ਆ ਆਪਸ ਵਿੱਚ ਨਿਊਟਰਲ ਹੋ ਜਾਂਦੇ ਆ ਬਟ ਇਹਦੇ ਵਿੱਚ ਇਦਾਂ ਨਹੀਂ ਜਿਹੜੇ ਅਨਪੇਅਰਡ ਰਹਿ ਜਾਂਦੇ ਉਹ ਬੈਲੈਂਸ ਨਹੀਂ ਹੋ ਪਾਉਂਦੇ ਸੋ ਉਹ ਫਿਰ ਕਿਹੜੀ ਪ੍ਰੋਪਰਟੀ ਸ਼ੋ ਕਰਦੇ ਪੈਰਾਮੈਗਨੈਟਿਕ ਜਾਂ ਫਿਰ ਜਿਹੜੇ ਪੇਅਰਡ ਹੈ ਉਹ ਕਿਹੜੀ ਪ੍ਰੋਪਰਟੀ ਸ਼ੋ ਕਰਦੇ ਆ ਡਾਈਮੈਗਨੈਟਿਕ ਉਸ ਤੋਂ ਬਾਅਦ ਦੇਖੋ ਜੀ ਅਸੀਂ ਕਲਾਸ 1 ਦੇ ਵਿੱਚ ਮੋਲੀਕੂਲਰ ਆਰਬਿਟਲ ਥਿਊਰੀ ਪੜ੍ਹੀ ਹੈ ਲਿਗੈਂਡ ਫੀਲਡ ਥਿਊਰੀ ਪੜ੍ਹੀ ਹੈ ਜਿਹੜੀ ਉਹ ਥਿਊਰੀ ਆ ਉਹ ਮੈਗਨੈਟਿਕ ਪ੍ਰੋਪਰਟੀ ਕਿਸੇ ਵੀ ਕੰਪਾਊਂਡ ਦੀ ਮੈਗਨੈਟਿਕ ਪ੍ਰੋਪਰਟੀ ਜਾਂ ਮੈਗਨੈਟਿਕ ਕੈਰੈਕਟਰਿਸਟਿਕਸ ਜਿਹੜਾ ਵਾ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੀਆਂ ਵਾ ਬਹੁਤ ਵਧੀਆ ਤਰੀਕੇ ਨਾਲ ਦੱਸਦੀਆਂ ਬਟ ਅਸੀਂ ਉਹ ਪਲੱਸ 2 ਵਿੱਚ ਪੜ੍ਹਨਾ ਵਾ ਵੇਲੈਂਸ ਬੌਂਡ ਥਿਊਰੀ ਜਿਹਨੂੰ ਲੀਬੀਟੀ ਵੀ ਬੋਲ ਦਿੰਦੇ ਆ ਜਾਂ ਫਿਰ ਕ੍ਰਿਸਟਲ ਫੀਲਡ ਥਿਊਰੀ ਪੜ੍ਹਨੀ ਹੈ ਗੱਲ ਪੜਾਂਗੇ ਉਹ
ये दोनों थ्योरी नहीं पढ़नी है। देखो जी वेलस बॉन्ड थ्योरी है ਉਹਦਾ ड्रॉबैक है वो सानू मैग्नेटिक प्रॉपर्टी नहीं दसदी। अगर हम कोई भी कंपलैक्सिटी कोई भी कंपलैक्स है ਉਹਨੂੰ वेलस बॉन्ड थ्योरी ਦੇ यूज करते हैं ਜਾਂ ਉਹਦਾ स्ट्रक्चर ड्रा करते हैं ਜਾਂ ਉਹਦਾ कह सकते हैं ਉਹਦਾ कंपलैक्स तैयार करते हैं ਜਿਹੜਾ ਉਹ ਵਾਲਾ कोऑर्डिनेशन कंपाउंड है वो वाले कोऑर्डिनेशन कंपाउंड ਦੀ वेलस बॉन्ड थ्योरी मैग्नेटिक प्रॉपर्टी शो नहीं करती। सर फिर तो मैं पैदा होकर डर गया। सब याद रखना पਊਗਾ शुरू ਦੇ ਉੱਤੇ ਤੁਹਾਨੂੰ ਕਰੋ ਯਾਦ ਕਰਕੇ ਰਹਿਣਾ ਪਊਗਾ ਕ੍ਰੈਮਿੰਗ ਕਰਨੀ ਪਊਗੀ ਕਿਉਂਕਿ ਇਹਦਾ ਡਰਾਬੈਕ ਹੈ ਜਿਹੜੀ ਵੇਲਸ ਬੌਂਡ ਥਿਊਰੀ ਆ ਇਹਦਾ ਮੇਜਰ ਡਰਾਬੈਕ ਹੈ ਕਿ ਇਹ ਸਾਨੂੰ ਮੈਗਨੈਟਿਕ ਪ੍ਰੋਪਰਟੀ ਸ਼ੋ ਨਹੀਂ ਕਰਦੀ। ਸਾਨੂੰ ਖੁਦ ਯਾਦ ਕਰਨੀ ਪਊਗੀ ਸਾਨੂੰ ਕਰੋ ਹੀ ਯਾਦ ਕਰਕੇ ਰਹਿਣਾ ਪਊਗਾ ਕਿ ਅਗਰ ਕ੍ਰੋਮੀਅਮ ਨੂੰ ਅਮੀਨ ਦੇ ਨਾਲ ਅਸੀਂ ਅਟੈਚ ਕਰਦੇ ਹਾਂ ਤੇ ਸਾਡੀ ਜਿਹੜੀ ਮੈਗਨੈਟਿਕ ਪ੍ਰੋਪਰਟੀ ਹੈ ਉਹ ਡਾਈਮੈਗਨੈਟਿਕ ਹੋਊਗੀ ਜਾਂ ਪੈਰਾਮੈਗਨੈਟਿਕ ਹੋਊਗੀ। ਤੁਹਾਨੂੰ ਕਰੋ ਯਾਦ ਕਰਕੇ ਰਹਿਣਾ ਪਊਗਾ ਅਗਰ ਅਦਰਵਾਈਜ਼ ਤੁਹਾਡਾ ਗਲਤ ਹੋ ਜਾਊਗਾ ਤੁਸੀਂ ਇਹਨੂੰ ਕਰ ਹੀ ਨਹੀਂ ਪਾਓਗੇ ਪੇਪਰ ਦੇ ਵਿੱਚ ਸੋਲਵ ਨਹੀਂ ਕਰ ਪਾਓਗੇ ਕਨਫਰਮ ਹੈ ਜੀ। ਸੋ वेलस बॉन्ड थ्योरी ਜਾਂ VPT ਦੀ ਇਹ ਵਾਲੀ ਇਹਦਾ ਮੇਜਰ ਡਰਾਬੈਕ ਹੈ ਕਿ ਕਿਸੇ ਵੀ ਕੋਆਰਡੀਨੇਸ਼ਨ ਕੰਪਾਊਂਡ ਦਾ ਇਹ ਵਿੱਚ ਕੰਪਲੈਕਸ ਬਣਾਉਣੇ ਆ ਉਹਦਾ ਸਟਰਕਚਰ ਬਣਾਉਣੇ ਆ ਤੇ VPT ਦੀ ਹੈ ਜੀ ਉਹ ਵਾਲੇ ਕੋਆਰਡੀਨੇਸ਼ਨ ਕੰਪਾਊਂਡ ਦੀ ਮੈਗਨੈਟਿਕ ਪ੍ਰੋਪਰਟੀ ਸ਼ੋ ਨਹੀਂ ਕਰਦੀ। ਸਾਨੂੰ ਖੁਦ ਯਾਦ ਕਰਨੀ ਪਊਗੀ। ਪਰ ਜਿਹੜੀ ਕੱਲ ਅਸੀਂ ਕਰਾਂਗੇ ਕ੍ਰਿਸਟਲ ਫੀਲਡ ਥਿਊਰੀ ਉਹ ਸਾਰਾ ਕੁਝ ਸ਼ੋ ਕਰੂਗੀ ਉਹ ਮੈਗਨੈਟਿਕ ਪ੍ਰੋਪਰਟੀ ਵੀ ਸ਼ੋ ਕਰੂਗੀ ਉਸ ਤੋਂ ਬਾਅਦ ਮੈਗਨੈਟਿਕ ਪ੍ਰੋਪਰਟੀ ਨਾਲ ਹੋਰ ਬੜਾ ਕੁਝ ਸ਼ੋ ਕਰੂਗੀ ਲੋ ਸਪਿਨ ਹਾਈ ਸਪਿਨ ਸਾਰਾ ਕੁਝ ਸ਼ੋ ਕਰੂਗੀ। ਬਟ ਇਹ ਵਾਲੀ ਇਹਦਾ ਮੇਜਰ ਡਰਾਬੈਕ ਹੈ ਕਿ ਜਿਹੜੀ VPT ਆ ਉਹ ਕਿਸੇ ਵੀ ਕੋਆਰਡੀਨੇਸ਼ਨ ਕੰਪਾਊਂਡ ਦਾ ਮੈਗਨੈਟਿਕ ਕਰੈਕਟਰ ਜਾਂ ਉਹਦੀ ਮੈਗਨੈਟਿਕ ਪ੍ਰੋਪਰਟੀ ਸ਼ੋ ਨਹੀਂ ਕਰਦੀ ਉਹ ਸਾਨੂੰ ਖੁਦ ਯਾਦ ਕਰਨੀ ਪਊਗੀ। ਸੋ ਉਸ ਤੋਂ ਬਾਅਦ ਅਸੀਂ ਇਹਦੇ ਮਤਲਬ ਕਿ ਇਹਦੇ ਵਿੱਚ ਜਦੋਂ ਵੀ ਇਹਦੀ ਸਟੱਡੀ ਕਿਹਨੇ ਕੀਤੀ ਸੀ ਤੇ ਉਹਨਾਂ ਨੂੰ ਫਾਇਦਾ ਲੈਣਾ ਇਹਨੂੰ ਹਟਾ ਦੇ ਯਾਰ ਬਾਬਾ ਹਟਾ ਯਾਰ ਯੋ अच्छा जो चलो जी नेक्स्ट देखो जी ਇਹਦੇ ਵਿੱਚ ਕੀ ਆ ਇਟ ਇਜ਼ ਡਿਸਕਵਰਡ ਬਾਈ ਨੋਟ ਕਰ ਲਓ ਜੀ ਇਹਦੀ ਖੋਜ ਕਿਹਨੇ ਕੀਤੀ ਨੋਟ ਕਰ ਲਓ ਇਟ ਇਜ਼ ਡਿਸਕਵਰਡ ਬਾਈ Alfred Werner it is discovered by Alfred Werner ਦੇਖੋ ਜੀ ਵਰਨਰ ਨੇ ਦੀ ਖੋਜ ਕੀਤੀ ਇਹਨੂੰ ਬਣਾਇਆ ਸੀ। ਸੋ ਉਸ ਤੋਂ ਬਾਅਦ ਜਦੋਂ ਵਰਨਰ ਨੇ ਇਹਨੂੰ ਬਣਾਇਆ ਸੀ ਉਹਨੇ ਕੁਝ ਐਗਜ਼ੈਂਪਸ਼ਨਸ ਲਈਆਂ ਸੀ। ਸੋ ਲੈ ਲਓ ਜੀ ਐਗਜ਼ੈਂਪਸ਼ਨਸ ਆਫ ਭਾਈ ਐਗਜ਼ੈਂਪਸ਼ਨਸ ਕੀ ਹੁੰਦੀਆਂ ਕੰਡੀਸ਼ਨਸ ਐਗਜ਼ੈਂਪਸ਼ਨ ਨੂੰ ਕੰਡੀਸ਼ਨ ਵੀ ਕਹਿ ਸਕਦੇ ਹਾਂ ਪਲੀਜ਼ ਨੋਟ ਕਰ ਲਿਓ ਐਗਜ਼ੈਂਪਸ਼ਨ ਨੂੰ ਕੰਡੀਸ਼ਨ ਵੀ ਕਹਿ ਸਕਦੇ ਹਾਂ। ਇਹ ਕੰਡੀਸ਼ਨ ਲੈਣ ਤੋਂ ਬਿਨਾਂ ਸਾਡੀ DPT ਜਿਹੜੀ ਹੈ ਕੰਪਲੀਟ ਨਹੀਂ ਹੋ ਸਕਦੀ। सो ये नोट कर लो वेरी वेरी इंपॉर्टेंट है इसके एग्जैप्शन को कंडीशन भी कह सकते हैं एग्जैप्शंस ऑफ या कंडीशंस ऑफ वैलेंस बॉन्ड थ्योरी। भाई देखो ये केड़ी कंडीशन है कंडीशन नोट कर लिया बहुत जरूरी है हो सकता था पहले भी पता वेले बारे। सो फर्स्ट वाली कंडीशन लई ही जी वर्नर ने DPT ਨੂੰ ਕਰਨ ਤੋਂ ਪਹਿਲਾਂ ਫਸਟ ਕੰਡੀਸ਼ਨ ਰੱਖੀ ਸੀ ਇਹ ਹੋਣੀ ਜ਼ਰੂਰੀ ਹੈ ਇਹ ਤੋਂ ਬਿਨਾ DPT ਜਿਹੜੀ ਪੋਸੀਬਲ ਹੀ ਨਹੀਂ। इस तो बिना वेलस बॉन्ड थ्योरी ਜਿਹੜੀ ਆ ਉਹ ਪੋਸੀਬਲ ਹੀ ਨਹੀਂ। ਇਹ ਵਾਲੀ ਫਸਟ ਕੰਡੀਸ਼ਨ ਕੀ ਹੈ ਜੀ द सेंट्रल मेटल एटम देखो जी पता ना सेंट्रल मेटल एटम की ਹੁੰਦਾ ਵਾ ਜਿਹੜਾ ਅਸੀਂ ਬਾਰ-ਬਾਰ ਕਹਿੰਦੇ ਰਹੇ ਵਿੱਚ सेंट्रल मेटल एटम्स give vacant d orbital। देखो जी ਜਿਹੜਾ ਸਾਡਾ ਸੈਂਟਰਲ ਮੈਟਲ ਐਟਮ ਹੈ ਉਹਦੇ ਕੋਲ ਵੇਕੈਂਟ ਡੀ ਆਰਬਿਟਲ ਹੋਣਾ ਜ਼ਰੂਰੀ ਹੈ। ਵੇਕੈਂਟ ਮੀਨ ਜਿਹੜਾ ਡੀ ਦਾ ਰੂਮ ਹੈ ਖਾਲੀ ਹੋਣਾ ਚਾਹੀਦਾ ਵੇਕੈਂਟ ਡੀ ਆਰਬਿਟਲਸ ਦਾ ਸੈਂਟਰਲ ਮੈਟਲ ਐਟਮਸ ਗਿਵ ਵੇਕੈਂਟ ਡੀ ਆਰਬਿਟਲਸ। ਜਿਵੇਂ s ਆਰਬਿਟਲ ਹੁੰਦਾ ਵਾ ਉਹਦੇ ਕੋਲ ਇੱਕ ਰੂਮ ਹੁੰਦਾ ਵਾ ਦੋ ਇਲੈਕਟ੍ਰੋਨ ਆ ਸਕਦੇ ਆ ਘੱਟ ਜ਼ਿਆਦਾ ਤੋਂ ਜ਼ਿਆਦਾ। ਇਦਾਂ ਹੀ p ਆਰਬਿਟਲ ਹੁੰਦਾ ਉਹਦੇ ਵਿੱਚ ਕਿੰਨੇ ਰੂਮ ਹੁੰਦੇ ਨੇ p ਕੋ ਕਿੰਨੇ ਰੂਮ ਹੁੰਦੇ ਆ ਨਹੀਂ ਪੜਦੇ। डी को चलो जी s को 1 ਹੁੰਦੇ ਆ d को 3 ਹੁੰਦੇ ਆ ਸੌਰੀ s को 1 ਹੁੰਦੇ ਆ p को 3 ਹੁੰਦੇ ਆ d को 5 ਹੁੰਦੇ ਆ f को 10 ਹੁੰਦੇ ਆ। ਚਲੋ ਨੋਟ ਕਰ ਲਿਆ ਤੁਸੀਂ। ਦੇਖੋ ਜੀ ਜਿਹੜੇ ਵੇਕੈਂਟ ਡੀ ਆਰਬਿਟਲ ਨੂੰ ਕੀ ਪ੍ਰੋਵਾਈਡ ਕਰਦੇ ਆ ਸਾਨੂੰ ਖਾਲੀ ਜਗ੍ਹਾ ਪ੍ਰੋਵਾਈਡ ਕਰਦੇ ਆ ਮੀਨਸ ਦੇ ਕੈਨ ਪ੍ਰੋਵਾਈਡ ਰੂਮਸ
और देखो जी खाली जगह होगी तो की करूगा देखो अगर खाली जगह होगी तो किसी को वेलकम करते हैं मतलब ਤੁਹਾਡੇ ਆ ਕਰਦੇ ਤੇ ਖਾਲੀ ਜਗ੍ਹਾ ਵਾ ਤੁਸੀਂ ਹਸਪੀਟਲ ਪਾ ਸਕਦੇ ਜੀ ਇੱਥੇ ਪਾ ਸਕਦੇ ਜੀ ਕਿਉਂ ਖਾਲੀ ਜਗ੍ਹਾ ਹੈਗੀ ਸਾਡੇ ਕੋਲ ਸੋ ਜਿਹੜੇ ਵੇਕੈਂਟ ਡੀ ਆਰਬਿਟਲ ਆ ਮੀਨ ਜਿਹੜੇ ਖਾਲੀ ਆਰਬਿਟਲ ਆ ਖਾਲੀ ਡੀ ਆਰਬਿਟਲ ਹੈ ਜਾਂ ਵੇਕੈਂਟ ਡੀ ਆਰਬਿਟਲ ਆ ਉਹਦੇ ਕੋਲ ਕੀ ਹੈ ਸਪੇਸ ਹੈ ਰੂਮ ਹੈ ਉਹਦੇ ਕੋਲ ਖਾਲੀ ਜਗ੍ਹਾ ਵਾ ਸੋ ਉਹਦੇ ਵਿੱਚ ਕੌਣ ਆਣ ਕੇ ਬੈਠਣਗੇ ਫਿਰ ਨੰਬਰ ਆਫ ਲਿਗੈਂਡਸ ਬੈਠਣਗੇ ਜਿਹੜੇ ਹੀ ਜਿਵੇਂ NI3 ਲੈਂਦੇ CL ਲੈਂਦੇ ਆ ਕਰਾਂਗੇ ਫਿਰ ਪਤਾ ਰਿਜ਼ਲਟ ਦਾ ਪਤਾ ਲੱਗ ਜੂਗਾ ਸੋ ਵੇਖੋ ਜੀ vacant d orbital provide rooms and incoming ligands कितना रोल करते हैं जी the central metal atoms give vacant d orbital क्योंकि उसको vacant d orbital होते हैं और vacant d orbital ਦੇ ਵਿੱਚ ਕੀ ਹੁੰਦਾ ਜੀ रूम ਹੁੰਦੇ ਆ रूम ਕੀ ਕਰਨਗੇ ਜੀ ligands ਨੂੰ ਵੈਲਕਮ ਕਰਨਗੇ ਕਿ ਆਜੋ ਸਾਡੇ ਕੋਲ ਜਗ੍ਹਾ ਹੈਗੀ ਹੈ ਇੱਥੇ ਬੈਠ ਜਾਓ ਅੱਗੇ ਕਰੂੰਗਾ ਫਿਰ ਪਤਾ ਲੱਗੂਗਾ ਠੀਕ ਹੈ ਜੀ ਅੱਗੇ ਵੇਖੋ ਜੀ it is also known as a scepter it is also known as a scepter of electrons ਇਹਨੂੰ ਅਸੀਂ scepter of electrons ਵੀ ਕਹਿ ਸਕਦੇ ਹਾਂ ਕਿਉਂਕਿ ਖਾਲੀ ਜਗ੍ਹਾ ਵਾ ਇਹ ਹੋਰ ਇਲੈਕਟ੍ਰੋਨਸ ਨੂੰ ਹੋਰ ਲਿਗੈਂਡਸ ਨੂੰ ਆਪਦੇ ਵੱਲ ਵੈਲਕਮ ਕਰਦਾ ਵਾ ਦੇਖੋ ਜੀ ਇਹਦੇ ਕੋਲ ਖਾਲੀ ਜਗ੍ਹਾ ਵਾ ਰੂਮ ਹੈ ਕਿਉਂਕਿ ਵੇਕੈਂਟ ਡੀ ਆਰਬਿਟਲ ਹੈ ਔਰ ਇਹ ਕੀ ਹੈ ਜੀ ਅਗਰ ਤੁਹਾਡੀ ਕਲਾਸ ਵਿੱਚ ਖਾਲੀ ਜਗ੍ਹਾ ਤੁਸੀਂ ਹੋਰ ਬੱਚੇ ਨੂੰ ਪਾ ਸਕਦੇ ਜੇ ਇੱਥੇ ਕਿਉਂ ਖਾਲੀ ਜਗ੍ਹਾ ਹੈਗੀ ਹੈ ਇਦਾਂ ਇਹਦੇ ਕੋਲ ਵੇਕੈਂਟ ਡੀ ਆਰਬਿਟਲ ਹੈ ਮੀਨਸ ਜਗ੍ਹਾ ਹੈਗੀ ਆ ਨੰਬਰ ਆਫ ਜਿਹੜੇ ਲਿਗੈਂਡਸ ਆ ਉਹਨੂੰ ਵੈਲਕਮ ਕਰੂਗਾ ਕਿ ਆਜੋ ਸਾਡੇ ਕੋਲ ਜਗ੍ਹਾ ਹੈਗੀ ਇੱਥੇ ਬੈਠੋ ਸਾਡੇ ਨਾਲ ਬੌਂਡਿੰਗ ਕਰ ਲਓ ਆਗੇ ਸੋ ਇਹਨੂੰ ਇਦਾਂ ਕਹਿ ਸਕਦੇ ਆ ਸੈਪਟਰ ਆਫ ਇਲੈਕਟ੍ਰੋਨ ਵੀ ਕਹਿ ਸਕਦੇ ਆ ਸੋ ਕਿ ਸੈਕੰਡ ਇਹਨੇ ਕੰਡੀਸ਼ਨ ਕੀ ਲਈ ਸੀ ਸੈਕੰਡ ਅਸਰ ਨੂੰ ਨੋਟ ਕਰੋ ਅੱਗੇ atomic orbitals undergo भाई ਤੁਹਾਡੀ ਆਵਾਜ਼ ਬਹੁਤ ਆ ਰਹੀ ਹੈ ਕੋਮਲ ਕੀ ਦਾ ਕਰਨਾ ਵਾ atomic orbitals undergo hybridization atomic orbitals undergo hybridization देखो जितने भी ऑर्बिटल में करनगे की करनगे हाइब्रिडाइजेशन करनगे क्योंकि खाली जगह वा अगर खाली जगह ਦੇ ਵਿੱਚ ਕੀ ਹੈ ਜੀ ਜਿੱਥੇ ਇਲੈਕਟ੍ਰੋਨ ਨਹੀਂ ਹੈਗੇ ਉਹ ਰੂਮ ਫ੍ਰੀ ਆ ਜਿਵੇਂ ਤੁਹਾਡੇ ਬੈਂਚ ਫ੍ਰੀ ਆ ਤੁਸੀਂ ਸਾਇੰਸ ਦੇ ਸਟੂਡੈਂਟ ਜੇ ਤੁਹਾਡੇ ਵਿੱਚ ਆ ਕੇ ਆਰਟਸ ਤੇ ਵੀ ਬਹਿ ਸਕਦੇ ਆ ਤੁਹਾਡੇ ਵਿੱਚ ਕਮਰਸ ਵੀ ਬਹਿ ਸਕਦੀ ਹੈ ਬਹਿ ਜਾਂਦੀ ਹੈ ਨਾ ਇਦਾਂ ਦੇ ਵਿੱਚ ਕੀ ਹੈ ਜੀ ਜਿਹੜੇ ਆਰਬਿਟ ਹੈ ਅਗਰ ਉਹਦੇ ਵਿੱਚ ਇਲੈਕਟ੍ਰੋਨ ਨਹੀਂ ਹੈਗੇ ਉਹਦੇ ਵਿੱਚ ਲਿਗੈਂਡ ਆ ਕੇ ਬੈਠਦੇ ਮੈਂ ਐਗਜ਼ਾਮਪਲ ਉਹ ਸਾਰਾ ਸਮਝਾ ਦੂੰਗਾ ਸੋ ਵੇਖੋ ਜੀ atomic orbitals undergo hybridization ਸੋ ਇਹਦੇ ਨਾਲ ਲਿਖੋ ਜੀ ਆਰਬਿਟਲ ਕਿਹੜੇ ਕਿਹੜੇ ਹੁੰਦੇ ਸਾਡੇ ਕੋਲ s ਹੁੰਦਾ ਵਾ s ਆਰਬਿਟਲ p ਆਰਬਿਟਲ d ਆਰਬਿਟਲ f ਆਰਬਿਟਲ s ਕੋ 1 ਰੂਮ ਹੁੰਦੇ ਆ p ਕੋ 3 ਰੂਮ ਹੁੰਦੇ ਆ d ਕੋ 5 ਹੁੰਦੇ ਆ f ਕੋ 10 ਹੁੰਦੇ ਆ ਠੀਕ ਹੈ ਜੀ ਇਹ ਚੀਜ਼ ਮੈਂ ਪਹਿਲਾਂ ਕਰਵਾ ਚੁੱਕਾ ਹਾਂ ਦੇਖੋ ਜੀ ਗਰਦੀਪ ਹਾਈਬ੍ਰਿਡਾਈਜੇਸ਼ਨ ਕੀ ਹੁੰਦੀ ਹੈ ਹਾਈਬ੍ਰਿਡਾਈਜੇਸ਼ਨ ਕੀ ਹੁੰਦੀ ਹੈ ਦੱਸੋ ਐਨੀਬੋਡੀ ਮਨਜੋਤ हाइब्रिडाइजेशन की होती है और मैं बाहर करता हूं सही बात है छुट्टी होगी ना जॉब करेगा इन्होंने पढ़ लिया ठीक है जी देखो जी हाइब्रिडाइजेशन की होती है प्लीज इन्हें नोट कर लो बड़ा यार ਇਹਦੇ ਨਾਲ ਹੀ ਤਾਂ ਕਰਕੇ ਇਹ ਗੱਲਾਂ ਨਹੀਂ ਕਰਦੀਆਂ ਨਾ ਮੇਰਾ ਬੋਲੀ ਕਰਦੇ ਆ ਪੜ੍ਹ it is the intermixing of same energy electron it is the intermixing of the intermixing आपस में मिलती है it is the intermixing of same energy electron with and different energy electron and different energy electron देखो ये जो सेम एनर्जी इलेक्ट्रॉन और जो डिफरेंट एनर्जी इलेक्ट्रॉन है आपस ਵਿੱਚ ਮਿਕਸ ਹੋ ਜਾਂਦੇ ਆ ਔਰ ਉਹਨੂੰ ਹਾਈਬ੍ਰਿਡਾਈਜੇਸ਼ਨ ਬੋਲ ਦਿੰਦੇ ਆ ਜਿਹੜੀ ਹੀ ਕਰਨੀ ਹੈ ਕਿ ਜਿੱਥੇ ਇਲੈਕਟ੍ਰੋਨ ਹੈਗਾ ਇਲੈਕਟ੍ਰੋਨ ਹੈ ਜਿਹੜੀ ਖਾਲੀ ਜਗ੍ਹਾ ਬਚਦੀ ਉਹਦੇ ਵਿੱਚ ਅਸੀਂ ਇਲੈਕਟ੍ਰੋਨ ਫਿਲ ਕਰ ਦਿੰਦੇ ਆ ਜਿਹੜੇ ਸਾਡੇ ਕੋਲ ਹੋਣਗੇ ਠੀਕ ਹੈ ਜੀ ਸੋ ਇਹਨੂੰ ਨਾਲ ਹੀ ਨੋਟ ਕਰ ਲਿਓ ਇਟ ਇਜ਼ ਦਾ ਇੰਟਰਮਿਕਸਿੰਗ ਆਫ ਸੇਮ એનર્ਜੀ ਇਲੈਕਟ੍ਰੋਨ ਐਂਡ ਡਿਫਰੈਂਟ એનર્ਜੀ ਇਲੈਕਟ੍ਰੋਨ ਸੋ ਇਹਦੇ ਵਿੱਚ ਦੇਖੋ ਜੀ ਇਹਨੂੰ ਘਟਾ ਦਈਏ देखो जी अगर साढ़े को हाइब्रिडाइजेशन 4 है
अगर साढ़े को हाइब्रिडाइजेशन 4 है, 4 तो घट वाले नहीं शो करते जी, की नहीं शो करते, ਕੰਪਲੈਕਸ नहीं बनता ਉਹਦੇ ਵਿੱਚ, ठीक है जी, ਉਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਕੰਪਾਊਂਡ नहीं बनता, ਸੋ ਇਸ ਕਰਕੇ ਘੱਟ ਤੋਂ ਘੱਟ ਹਾਈਬ੍ਰਿਡਾਈਜੇਸ਼ਨ 4 ਹੀ ਚਾਹੀਦੀ ਸਾਨੂੰ। ਸੋ ਵੇਖੋ ਜੀ ਇਹਦੇ ਵਾਸਤੇ ਹਾਈਬ੍ਰਿਡਾਈਜੇਸ਼ਨ ਕੀ ਆਊਗੀ sp3, ਇਹਦੇ ਵਾਸਤੇ ਹਾਈਬ੍ਰਿਡਾਈਜੇਸ਼ਨ ਆਊਗੀ sp3, ਔਰ ਜਿਹਦੇ ਵਾਸਤੇ ਸਟਰਕਚਰ ਕਿਹੜਾ ਬਣਦਾ ਹੁੰਦਾ ਜੀ, ਟੈਟਰਾਹੈਡਰਲ, ਟੈਟਰਾਹੈਡਰਲ, ਇਹਦੇ ਵਾਸਤੇ ਟੈਟਰਾਹੈਡਰਲ ਸਟਰਕਚਰ ਬਣੂਗਾ। अगर फिर साढ़े को हाइब्रिडाइजेशन 4 है तो फिर ਅਸੀਂ ਕਹਿ ਸਕਦੇ ਹਾਂ ਇਹਦੇ ਵਾਸਤੇ ਜਿਹੜੀ ਸਾਡੀ ਹਾਈਬ੍ਰਿਡਾਈਜੇਸ਼ਨ dsp2 ਵੀ ਆ ਸਕਦੀ ਹੈ। ਸੋ ਇਹਦੇ ਵਾਸਤੇ ਸਟਰਕਚਰ ਕਿਹੜਾ ਬਣੂਗਾ ਜੀ, ਸਕੁਅਰ ਪਲੈਨਰ, ਦੇਖੋ ਯਾਰ ਇਹ ਕੀ ਚੱਕਰ ਪਿਆ, ਦੱਸੋ ਮੈਨੂੰ ਇੱਥੇ ਮੈਂ sp3 ਲਿਖੀ ਹੈ, ਫਿਰ dsp2 ਲਿਖਤੀ ਹੈ, ਹਾਈਬ੍ਰਿਡਾਈਜੇਸ਼ਨ ਦੋਨਾਂ ਦੀ 4 4 ਹੀ ਹੁੰਦੀ ਪਈ ਹੈ, 4 ਹੀ ਹੁੰਦੀ ਪਈ। ਦੇਖੋ ਇੱਕ s ਆ, ਤਿੰਨ d ਆ, 3 + 1 4 ਹੋ ਗਏ, ਇੱਥੇ ਦੇਖੋ ਇੱਕ d ਆ, ਇੱਕ s ਆ, 2 p ਆ, ਇਹ ਵੀ ਬਣਾ ਕੇ ਉਹ 4 ਹੀ ਬਣਦੇ ਆ, ਇਸੇ ਕਰਕੇ ਮੈਂ ਟਾਈਪ 4 ਲਿਖਿਆ ਇੱਥੇ। ਸੋ ਦੇਖੋ ਇਹਦੇ ਇੱਕ ਫਾਰਮੂਲਾ ਯੂਜ਼ ਹੁੰਦਾ ਵਾ, ਇਨਰ d ਔਰ ਆਊਟਰ d, ਨੋਟ ਕਰ ਲਿਓ, ਇਨਰ d ਔਰ ਇਧਰ ਬਾਕੀ ਰਹਿ ਗਈ ਆਊਟਰ d, ठीक है जी। इधर d ऑर्बिटल भी दे दो ना, इधर d ऑर्बिटल और इधर आउटर d ऑर्बिटल करके उठा देना जी। इधर d ਦੇ ਵਿੱਚ ਹੁੰਦਾ ਜੀ n - 1 d है और इधर n d है। देखो जी अगर ਤੁਹਾਡੇ ਕੋਲ n ਇੱਥੇ ਹੈਗਾ ਵਾ 4, n ਹੈਗਾ 4, ਮੈਂ ਪਾ ਦੇਣਾ ਇਹ ਕੰਪਿਊਟਰ ਤੇ ਰਹਿ ਦੋ ਲਿਖਿਆ ਇਹਨਾਂ ਕਰਕੇ, ਇਹ n ਦਾ 4 ਹੈਗਾ ਵਾ, ਕੀ ਆ ਜਾਊਗਾ ਜੀ ਵੇਖੋ ਦੋਸਤੋ ਮੇਰੇ ਇੱਥੇ 3d ਆ ਜਾਊਗਾ, 3d ਆ ਜਾਊਗਾ। ਅਗਰ ਇਹਦੇ ਵਿੱਚ ਵੀ ਤੁਹਾਡਾ n ਜਿਹੜਾ ਵਾ 4 ਹੀ ਆ, 4 ਦਾ 4d ਆ ਜਾਊਗਾ, ਠੀਕ ਹੈ ਜੀ। ਸੋ ਇਹਦੇ ਵਿੱਚ ਤੁਹਾਡਾ ਇਨਰ d ਕਿਹੜਾ ਤੇ ਆਊਟਰ d ਕਿਹੜਾ ਵਾ ਦੋਸਤੋ, ਇਹ ਤੁਹਾਡਾ ਇਨਰ d ਆ, ਆਊਟਰ d ਆ। ਇਹਦੇ ਵਿੱਚ ਕੀ ਯੂਜ਼ ਹੁੰਦਾ ਪਿਆ ਦੋਸਤੋ, ਇਨਰ d ਯੂਜ਼ ਹੁੰਦਾ ਕਿ ਆਊਟਰ d ਯੂਜ਼ ਹੁੰਦਾ ਪਿਆ सर इनर, ਧਿਆਨ ਨਾਲ ਸੋਚ ਕੇ ਆਨਸਰ ਦਿਓ। ਦੇਖੋ ਜੀ ਇਹਦੇ ਵਿੱਚ ਆਊਟਰ d ਯੂਜ਼ ਹੁੰਦਾ ਪਿਆ, यस सर, ਇਨਰ d ਯੂਜ਼ ਹੁੰਦਾ ਪਿਆ, ਕਰਕੇ ਬਾਅਦ ਆਪਣੇ ਦੇਖੋ ਪਹਿਲਾਂ ਆਪਣੇ ਕੋਲ ਹੋਊਗਾ ਜਿਵੇਂ 3d ਆ ਗਿਆ, 4s ਆ ਗਿਆ, ਇਦਾਂ ਕਰਕੇ 4p ਆ ਗਿਆ, 4p ਤੋਂ ਬਾਅਦ 4d ਆ ਗਿਆ, ਠੀਕ ਹੈ ਜੀ। ਜਿਹੜਾ ਇਹ ਨੀਚੇ ਵਾਲਾ ਕੇਸ ਹੈ ਨਾ ਜਿਹੜਾ dsp2 ਲਿਖਿਆ ਹੋਇਆ, ਇੱਥੇ ਮੇਰਾ 3d ਯੂਜ਼ ਹੁੰਦੀ ਪਈ ਹੈ, ਉਸ ਤੋਂ ਬਾਅਦ 4s ਯੂਜ਼ ਹੁੰਦਾ ਪਿਆ, ਫਿਰ 4p ਫਿਰ 4d, ਪਰ ਜਿਹੜਾ ਉੱਪਰ ਵਾਲਾ ਕੇਸ ਹੈ ਜਿਹਦੇ sp3 ਲਿਖਿਆ ਵਾ ਉਹ ਤੇ ਆ ਗਿਆ s ਆ p ਆ ਜੀ, ਉਹ ਲਿਖੀਏ ਜੀ ਕਰਾਂਗੇ ਫਿਰ ਉਹ ਸਮਝ ਜੋ ਐਗਜ਼ਾਮਪਲ ਕਰਨੀ ਹੈ ਹੋਏ ਦੇਖੋ ਮਿੰਟ। ਚਲੋ ਠੀਕ ਹੈ ਜੀ, ਇਹ ਤੁਹਾਡੀ ਇਨਰ d ਹੈ, ਫਾਰਮੂਲਾ ਲੱਗਦਾ ਜੀ, ਆਊਟਰ d ਆ nd ਲੱਗਦਾ, ਠੀਕ ਹੈ ਜੀ। चलो जी अगर ये है हाइब्रिडाइजेशन 4 की गल करते हैं, अगर 6 की गल कर लेंगे तो 6 वास्ते इन्हें बढ़ा देना मैं, सो ये वास्ते अगर सारे को हाइब्रिडाइजेशन 6 है ये दिए दे विच sp3d2 ਹੁੰਦੀ है ना, ऐसा लिख देना sp3d2 चेक करो लिखी होगी, ਇਹਦਾ ਸਟਰਕਚਰ ਕਿਹੜਾ ਬਣੂਗਾ, ਜਿਵੇਂ ਉੱਥੇ ਵੇਖੋ ਜੀ ਉੱਤੇ ਟੈਟਰਾਹੈਡਰਲ ਵੀ ਬਣਿਆ, ਸਕੁਅਰ ਪਲੈਨਰ ਵੀ ਬਣਿਆ, ਇਹ ਕਿਹੜੀ ਜਿਓਮੈਟਰੀ ਬਣੂਗੀ, ਆਕਟਾਹੈਡਰਲ, ਆਕਟਾਹੈਡਰਲ ਜਿਓਮੈਟਰੀ ਬਣੂਗੀ। ਇਹਦਾ h5 ਵੀ ਹੋ ਸਕਦਾ, ਜਿੱਥੇ 5 ਹੋਊਗਾ ਉੱਥੇ ਤੁਹਾਡੀ ਜਿਓਮੈਟਰੀ ਬਣੂਗੀ ਪੈਂਟਾਗੋਨਲ ਬਾਈਪਿਰਾਮਿਡ, ਜਿਹੜੀ ਕੀ ਬਲੌਕ ਦੇ ਵਿੱਚ ਖੜੀ ਹੋਊਗੀ, ਠੀਕ ਹੈ ਜੀ। ਸੋ ਦੇਖੋ sp3d2 ਆ ਆਕਟਾਹੈਡਰਲ ਹੈ, ਦੱਸੋ ਜੀ ਕੀ ਬਣੂਗਾ, इतने केड़ी डी यूज होती पई है, इनर के आउटर, आउटर सही है, आउटर यूज होती है। चलो ये थर्ड पॉइंट नोट कर दोगे, 3 नंबर नोट कर लो, तो बाद 2 तो बाद मैं 2 नंबर नोट किया, थर्ड नंबर है each ligands have at least each ligands have at least तो घट तो घट at least one lone pair of electron, one lone pair of
इलेक्ट्रॉन टू डोनेट किनु डोनेट करूंगा ये इलेक्ट्रॉन किनु डोनेट करूंगा ये एक्सेप्टर को किनु मींस साडे सेंटर में मेटल एटम को डोनेट करूंगा क्योंकि इनको जगह खाली है ਇਹਦੇ ਇਲੈਕਟ੍ਰੋਨ ਡੋਨੇਟ ਤੇ ਇਲੈਕਟ੍ਰੋਨ ਕਿੱਧਰ ਜਾਣਗੇ ਇੱਥੇ ਹੀ ਕਿਹਦੀ ਗੱਲ ਕਰਦੇ ਪਏ ਲਿਗੈਂਡਸ ਦੀ ਜਿਹੜੇ ਲਿਗੈਂਡਸ ਆ ਉਹ ਕਿਹਦੇ ਨਾਲ ਕੰਪਲੈਕਸ ਬਣਾਉਂਦੇ ਆ ਕਿਹਦੇ ਨਾਲ ਮਿਲ ਕੇ ਬਣਾਉਂਦੇ ਆ ਸੈਂਟਰਲ ਮੈਟਲ ਐਟਮ ਨਾਲ ਔਰ ਜਿਹੜਾ ਤੁਹਾਡਾ ਸੈਂਟਰਲ ਮੈਟਲ ਐਟਮ ਹੈ ਉਹ ਕੁਝ ਵੀ ਦੇਖ ਵੇਖ ਡੀ ਆਰਬਿਟਲ ਖਾਲੀ ਜਗ੍ਹਾ ਹੁੰਦੀ ਹੈ ਔਰ ਖਾਲੀ ਜਗ੍ਹਾ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਲਿਗੈਂਡਸ ਇਲੈਕਟ੍ਰੋਨ ਡੋਨੇਟ ਕਰਨਗੇ ਉਹ ਉਹਦੇ ਨਾਲ ਮਿਲ ਜਾਣਗੇ ਠੀਕ ਹੈ ਜੀ ਮਿਲ ਕੇ ਬੌਂਡਿੰਗ ਕਰ ਲੈਣਗੇ ਕੋਆਰਡੀਨੇਸ਼ਨ ਬੌਂਡਿੰਗ ਕਰ ਲੈਣਗੇ ਸੋ ਵੇਖੋ ਜੀ ਲੋਨ ਪੇਅਰ ਦੇ ਦੇ ਦੱਸੋ ਤੁਹਾਨੂੰ ਇੱਕ ਮਿੰਟ ਵੇਖੋ ਆਪਾਂ ਕਵਰਿੰਗ ਕਰ ਲੈਂਦੇ ਆ ਕਵਰਿੰਗ ਦੇ ਕੋਲ ਇਦਾਂ ਹੁੰਦੇ ਆ ਵੇਖੋ ਜੀ ਇਹਦੇ ਕੋਲ ਨੋਟ ਪੇਅਰ ਆਫ ਇਲੈਕਟ੍ਰੋਨ ਕਹਿੰਦੇ ਆ ਸਰ 1 9 3 ਇੱਥੇ ਪੇਅਰ ਬਣਦਾ ਪਿਆ ਇੱਥੇ ਬਣਦਾ ਪਿਆ ਇੱਥੇ ਬਣਦਾ 3 ਬਣਦਾ 3 ਬਿਲਕੁਲ ਠੀਕ ਹੈ ਇੱਕ ਜਿਹੜਾ ਅਨਪੇਅਰਡ ਹੈ ਠੀਕ ਹੈ ਜੀ ਸੋ ਇਹਦਾ ਜਿੰਨੇ ਵੀ ਤੁਹਾਡੇ ਕੋਲ ਲਿਗੈਂਡਸ ਹੁੰਦੇ ਆ ਉਹ ਤੋਂ ਘੱਟੋ ਘੱਟ ਕੀ ਹੋਣਾ ਚਾਹੀਦਾ ਜੀ ਘੱਟੋ ਘੱਟ ਇੱਕ ਨੋਟ ਪੇਅਰ ਆਫ ਇਲੈਕਟ੍ਰੋਨ ਹੋਣਾ ਚਾਹੀਦਾ ਇੱਕ ਤੋਂ ਘੱਟ ਵਾਲੇ ਦਾ ਨਹੀਂ ਗੱਲ ਬਣ ਸਕਦੀ ਠੀਕ ਹੈ ਜੀ ਘੱਟੋ ਘੱਟ ਇੱਕ ਨੋਟ ਪੇਅਰ ਆਫ ਇਲੈਕਟ੍ਰੋਨ ਹੋਣਾ ਚਾਹੀਦਾ ਵਾ मीन एट लीस्ट 1 लोन पेयर ऑफ इलेक्ट्रॉन होना चाहिए वा जेड़ा वो लोन पेयर ऑफ इलेक्ट्रॉन है वो वेकेंट डी ऑर्बिटल दे विच जाके बैठ जूगा तो रूम खाली जगह दे विच बैठ जूगा ਉਹਦੇ ਨਾਲ ਬੌਂਡਿੰਗ ਕਰ ਲਊਗਾ ਠੀਕ ਹੈ ਜੀ ਇਹ ਵੀ ਕੰਡੀਸ਼ਨ ਵਾਰਨਰ ਨੇ ਆਪਣੀ ਜੰਕਸ਼ਨ ਦੇ ਵਿੱਚ ਦੱਸੀ ਕਿ ਹੋਣੀ ਜ਼ਰੂਰੀ ਹੈ ਇਸ ਤੋਂ ਬਿਨਾ ਬੌਂਡਿੰਗ ਨਹੀਂ ਹੋ ਸਕਦੀ ਉਸ ਤੋਂ ਬਾਅਦ ਦੇਖੋ ਜੀ 4th ਨੰਬਰ ਤੇ ਇੱਕ ਹੋਰ ਅਸੈਂਪਸ਼ਨ ਹੈ ਉਹ ਮੈਂ ਇੱਥੇ ਨੋਟ ਕਰੂੰਗਾ तो जी 4th कंडीशन है वो भी नोट कर लो लास्ट कंडीशन है जी ਇਹਦੇ ਵਿੱਚ देखो जी empty hybrid orbitals empty hybrid orbitals of metal ion किधर ओवरलैप करेंगे जी अगर खाली जगह तो किधर ओवरलैप करोगे पहले दसिया मैं ताड़ी क्लास खाली जगह वा ਤੁਸੀਂ ਆਹ ਸਾਰੇ ਬੱਚੇ ਪਾ ਸਕਦੇ ਜੀ ਕਿ ਬਾਰ-ਬਾਰ ਜੋੜ ਲਈ ਦੋਗੇ ਖਾਲੀ ਜਗ੍ਹਾ ਕਹਿ ਸਕਦੇ ਆ ਇਦਾਂ ਦੇ ਵਿੱਚ ਅਗਰ ਜਿਹੜਾ ਤੁਹਾਡਾ ਸੈਂਟਰਲ ਮੈਟਲ ਐਟਮ ਹੈ ਉਹਦੇ ਤੇ ਖਾਲੀ ਜਗ੍ਹਾ ਵਾ ਉਹਦੇ ਵਿੱਚ ਕੌਣ ਬੈਠਣਗੇ ਆਗੇ ਲਿਗੈਂਡਸ ਕਿਉਂਕਿ ਤੁਹਾਨੂੰ ਪਤਾ ਹੈ ਕੋਆਰਡੀਨੇਸ਼ਨ ਕੰਪਲੈਕਸ ਬਣਦਾ ਕਿਹਨੂੰ ਮਿਲ ਕੇ ਬਣਦਾ ਵਾ ਸਭ ਤੋਂ ਪਹਿਲਾਂ ਦੇ ਵਿੱਚ ਸੈਂਟਰਲ ਮੈਟਲ ਐਟਮ ਹੁੰਦਾ ਵਾ ਸਾਈਡ ਤੇ ਲਿਗੈਂਡਸ ਹੁੰਦੇ ਆ ਠੀਕ ਹੈ ਜੀ ਸੋ ਜਿੱਥੇ ਖਾਲੀ ਜਗ੍ਹਾ ਹੋਈ ਸੀ ਕੌਣ ਬੈਠਣਗੇ ਆਗੇ ਲਿਗੈਂਡ ਬੈਠਣਗੇ ਉਹ ਲਾਈਨ ਦੇ ਵਿੱਚ ਹੈਗੀ ਆ ਐਂਟੀ ਹਾਈਬ੍ਰਿਡ ऑर्बिटल्स ऑफ इतने लो सेंट्रल मेटल है सेंट्रल मेटल आयन देखो जी ओवरलैप with the filled orbitals of the ligands ठीक है जी क्योंकि अगर ਤੁਹਾਡਾ ਸੈਂਟਰਲ ਮੈਟਲ ਐਟਮ ਹੈ ਕੋਈ ਜਗ੍ਹਾ ਖਾਲੀ ਹੈ ਉਹ ਕੋਈ ਵੇਕੈਂਟ ਦੀ ਆਰਬਿਟਲ ਹੈ ਰੂਮ ਵੈਲਿਊਬਲ ਹੈ ਸਪੇਸ ਵੈਲਿਊਬਲ ਹੈ ਉਹ ਕਿਹਨੂੰ ਵੈਲਕਮ ਕਰੂਗਾ ਲਿਗੈਂਡ ਨੂੰ ਭਾਵੇਂ ਲਿਗੈਂਡ ਸਾਡਾ ਬਿਲਕੁਲ ਫੁੱਲ ਹੈ ਉਹਦੇ ਨਾਲ ਕੀ ਕਰੂਗਾ ਜੀ ਉਹਦੇ ਨਾਲ ਅਗਲੇ ਨਾਲ ਕਰਕੇ ਓਵਰਲੈਪਿੰਗ ਕਰੂਗਾ ਇਦਾਂ ਕਰਕੇ ਚਾਹੇ ਜਿਹੜਾ ਤੁਹਾਡਾ ਲਿਗੈਂਡ ਹੈ ਉਹ ਬਿਲਕੁਲ ਭਰਿਆ ਆ ਵਾ ਪਰ ਜਿਹੜਾ ਸੈਂਟਰਲ ਮੈਟਲ ਐਟਮ ਹੈ ਉਹ ਕੀ ਹੈ ਜੀ ਖਾਲੀ ਹੈ ਰੂਮ ਵੈਲਿਊਬਲ ਹੈ ਵੇਕੈਂਟ ਦੀ ਆਰਬਿਟਲ ਉਹ ਕੀ ਕਰੂਗਾ ਫਿਰ ਜਿਹੜੇ ਲਿਗੈਂਡਸ ਆ ਚਾਹੇ ਉਹ ਬਿਲਕੁਲ ਫੁੱਲ ਆ ਉਹਦੇ ਨਾਲ ਆ ਕੇ ਬੌਂਡਿੰਗ ਕਰਨਗੇ ਇਹਦਾ ਕਿ ਓਵਰਲੈਪਿੰਗ ਕਰ ਲੈਣਗੇ ਟੱਕ ਲੈਣਗੇ ਕੋਈ ਠੀਕ ਹੈ ਮੈਂ ਕਰਕੇ ਫੋਨ ਆਇਆ ਕਰ ਲਓ ਐਗਜ਼ਾਮਪਲ ਦੇ ਸਾਰੇ ਗੱਲ ਕਵਰ ਹੋਊਗਾ ਤੁਹਾਡਾ ਸੋ ਇਹ ਵਾਲੀ ਕੰਡੀਸ਼ਨ ਹੀ ਜਿਹੜੀ ਵਾਰਨਰ ਨੇ ਐਲਫਰਡ ਵਾਰਨਰ ਨੇ ਅਸੈਂਪਸ਼ਨ ਲਈ ਹੈ ਕਿ ਇਹ ਤੋਂ ਬਿਨਾ ਕੋਆਰਡੀਨੇਸ਼ਨ ਕੰਪਲੈਕਸ ਨਹੀਂ ਬਣ ਸਕਦਾ ਇਧਰ ਇਹ ਤੋਂ ਬਿਨਾ ਕਦੀ ਵੀ ਕੋਆਰਡੀਨੇਸ਼ਨ ਕੰਪਲੈਕਸ ਨਹੀਂ ਬਣ ਸਕਦਾ ਇਹ ਕੰਡੀਸ਼ਨ ਫੁੱਲਫਿਲ ਹੋਣੀ ਹੈ ਤੇ ਸਾਡਾ ਕੋਆਰਡੀਨੇਸ਼ਨ ਕੰਪਾਊਂਡ ਬਣ ਸਕਦਾ ਵਾ ਸਾਡੀ ਵੈਲੈਂਸ ਬੌਂਡ ਥਿਊਰੀ ਜਾਂ ਵੀਬੀਡੀ ਜਿਹੜੀ ਪੋਸੀਬਲ ਹੈ ਅੱਜ ਅਸੀਂ ਵੈਲੈਂਸ ਬੌਂਡ ਥਿਊਰੀ ਜਿਹੜੀ ਹੈ ਬਿਲਕੁਲ ਖਤਮ ਕਰ ਦੇਣੀ ਹੈ ਹੁਣ ਇਹਦੇ ਸਿਰਫ ਐਗਜ਼ਾਮਪਲ ਰਹਿ ਗਏ ਐਪਲੀਕੇਸ਼ਨ ਰਹਿ ਗਈ ਜੀ ਐਪਲੀਕੇਸ਼ਨ ਠੀਕ ਹੈ ਜੀ ਸੋ ਇਹਦੀ ਜਿਹੜੀ ਐਪਲੀਕੇਸ਼ਨ ਆ ਉਹ ਅਸੀਂ ਸ਼ੁਰੂ ਕਰ ਲੱਗੇ ਹਾਂ ਸੋ ਜਲਦੀ ਥੋੜਾ ਜਿਹਾ ਕਹਿੰਦੇ ਜਾਓ ਕੋਈ ਕੀ ਹੈ ਇਹਦੇ ਵਿੱਚ ਕਿੰਨਾ ਕਰੇ ਟੌਪਿਕ ਕਿਉਂ ਜਾਣਾ 1:30 ਵਜੇ ਖਤਮ ਹੋਣਾ 1:30 ਵਜੇ ਜਾਣਾ ਬਟਾਓ ਕਿੱਥੇ ਜਾਣਾ ਕੀ ਜਲਦੀ ਆ ਬਟਾ ਜਾ ਜਲਦੀ ਕਰ ਜਲਦੀ ਉਹ ਟਾਈਮ ਕਿੰਨਾ ਹੋ ਗਿਆ ਟਾਈਮ ਇੱਕ ਬਾਤ ਬੰਦੇ ਨੇ ਇਹਨੂੰ ਪੁੱਛਣ ਦੇ ਕਰਨਾ सर पंजी ਹਾਂਜੀ ਹੈ देखो जी फर्स्ट एग्जांपल है ਇਹਦੇ ਵਿੱਚ ਬਈ ਇਧਰ ਅੱਗੇ ਉਹ ਦੱਸਿਆ
ਦੱਸਿਆ ਕਿ ਇਹਦੇ ਵਿੱਚ ਇਹਦੀ ਡਿਸਐਡਵਾਂਟੇਜ ਹੈ ਜਾਂ ਡਰਾਬੈਕ ਹੈ ਕਿ ਮੈਗਨੈਟਿਕ ਪ੍ਰੋਪਰਟੀ ਤੁਹਾਨੂੰ ਖੁਦ ਪੜ੍ਹਨੀ ਪਊ। ਇਹਦੇ ਵਿੱਚ ਮੈਗਨੈਟਿਕ ਪ੍ਰੋਪਰਟੀ ਕਦੀ ਵੀ ਸ਼ੋ ਨਹੀਂ ਕਰਦਾ। ਚਲੋ ਜੀ ਦੇਖ ਲਓ ਜੀ ਐਪਲੀਕੇਸ਼ਨ ਆਫ ਡੀਪੀਟੀ, ਐਪਲੀਕੇਸ਼ਨ ਆਫ ਵੈਲੈਂਸ ਬੌਂਡ ਥਿਊਰੀ। देखो जी फर्स्ट एप्लीकेशन की है, ये रही है कि कोऑर्डिनेशन नंबर 6 वास्ते, कोऑर्डिनेशन नंबर 6 वास्ते रही है। सो इधर कंपाउंड ले आ गया CO सॉरी क्रोमियम ले क्रोमियम Na3 और इधर है जी 3 पॉजिटिव। तो ये फर्स्ट कंपाउंड जेड़ा ही वार्नर ने कितने पोस्टुलेट किया या रिसर्च की थी। सो ये फर्स्ट कंपाउंड है कोऑर्डिनेशन नंबर 26 है जी। देखो जी Na3 की है लिगेंड से है ਉਹਦੇ कितने मॉलिक्यूल थे 6, कोऑर्डिनेशन नंबर भी 6 ही है। सो देखो जी जाओ जी जाओ, सब तो पहले तो सेंटर मैटर ਕਿਹੜਾ ਦੇ ਵਿੱਚ क्रोमियम है। सो ਜਿਹੜਾ क्रोमियम है ਦੀ इलेक्ट्रॉनिक कन्फिगरेशन ਕੀ है, इलेक्ट्रॉनिक कन्फिगरेशन पता किसे को नोट कर लो 4s1 3d5, ठीक है जी 4s1 3d5। सो उस तो बाद देखो जी ਜਿਹੜਾ क्रोमियम है ਉਹਦਾ ऑक्सीडेशन नंबर कितना ਵਾ इसको कैलकुलेट कर सकते थे कितना होगा 3 आ जाएगा जी, क्योंकि ਇਹਦਾ 0 ਹੁੰਦਾ ਵਾ 3 आ जाएगा 3 पॉजिटिव आ जाएगा। सो ਇਹਦਾ ऑक्सीडेशन नंबर ਹੈਗਾ ਵਾ 3। सो ਜਿਹੜਾ ਇਹ ऑक्सीडेशन नंबर है जो माइनस कर दो, ਇਹ ਇਲੈਕਟ੍ਰੋਨ ਦੇ ਵਿੱਚੋਂ ਔਰ ਇਹ ਇਲੈਕਟ੍ਰੋਨ ਦੇ ਵਿੱਚੋਂ ਮਾਈਨਸ ਕਰ ਦੋ। ਪਹਿਲਾਂ s ਤੋਂ ਮਾਈਨਸ ਕਰ ਦੋ, ਬਾਅਦ d ਤੋਂ ਮਾਈਨਸ ਕਰ ਦੋ। करो जी माइनस, कितने रह जाएंगे इलेक्ट्रॉन के कितना रह जाएगा इतना 3 पॉजिटिव ला लो इधर करके, क्योंकि ये ऑक्सीडेशन नंबर 3 पॉजिटिव आ गया। सो दसो जी कितने रह जाएंगे इलेक्ट्रॉन, h माइनस करो, h में एक h माइनस हो जाएगा और 2 h माइनस हो जाएंगे, कितना बाजूगा मतलब ये बाजूगा जी 4s0 और नाल क्या आएगा जी 3d3 ले लो जी। ये ऑक्सीडेशन नंबर ही इन्हों जो माइनस करता और जो माइनस करना ना पहला देखो जी ਇਹਦਾ એનર્ਜੀ ਲੈਵਲ ਜ਼ਿਆਦਾ था, पहले इसको माइनस करना है, ਇਹਦਾ એનર્ਜੀ ਲੈਵਲ ਘੱਟ है, फिर इसको माइनस करना। ठीक है जी। उस तो बाद देखो जी ਇਹਦੀ मैग्नेटिक प्रॉपर्टी हम पहले पता नहीं की, तो मैं पहले ਦੱਸਿਆ है ਇਹਦੀ मैग्नेटिक प्रॉपर्टी है कि पैरामैग्नेटिक, ਇਹਦੀ मैग्नेटिक प्रॉपर्टी है कि पैरामैग्नेटिक। ये सब पहले पता नहीं चाहिए, अदरवाइज ये कर नहीं सकते। ठीक है जी। सो के जी डायग्राम बनूगी, डायग्राम वास्ते देखो जी किहड़े किहड़े गुण चाहिए सानू दे विच s भी हैगी आ d भी हैगी। दसो उनका d पहले आऊगी s पहले आऊगी, एनर्जी लेवल कितना ज्यादा है 3 ज्यादा था 4 ज्यादा था 4 ज्यादा हो, फिर ये मींस d जेडी पहले आऊगी 3d पहले आऊगी। डायग्राम बना लो इधर, ਇਹਦੀ डायग्राम ਕਿਵੇਂ ਬਣੂਗੀ, ਪਹਿਲਾਂ d बना लो जी। डी ਦੇ ਕਿੰਨੇ ਰੂਮ ਹੁੰਦੇ ਆ ਦੱਸੋ ਜੀ 3, डी ਦੇ ਕਿੰਨੇ ਰੂਮ ਹੁੰਦੇ ਆ सर 5 ठीक है जी। उस तो बाद देखो जी 3 डी को इलेक्ट्रॉन कितने हैं 3, ये कितने आ जाएगा, उस तो बाद ये कितने आ जाएगा, ये कितने आ जाएगा, कितने अनपेयर्ड है जी, कितने अनपेयर्ड है। और उस तो बाद देखो ये कितनी एस है, कितने एस बना लो, एस के कोड कितने तेज रूम कितने के साथ सर 2 1 रूम होता है एस के कोड। ठीक है, ये ना 4s आ गया 3d आ गया, तो भाई 4s के बाद क्या आ सकता है 4d। सब 4d की जरूरत क्यों पैंदी दसो, ये भी गल देखो जी। सानू लिमिट्स कहते हैं 6 रूम फ्री चाहिए। ਇਹਦੇ ਵਿੱਚ ਦੇਖੋ ਇੱਕ ਅਨਪੇਡ ਇਲੈਕਟ੍ਰੋਨ ਹੈਗਾ ਵਾ, ਇੱਕ ਵੀ ਅਨਪੇਡ ਇਲੈਕਟ੍ਰੋਨ ਹੈਗਾ ਵਾ, ਇੱਕ ਵੀ ਅਨਪੇਡ ਇਲੈਕਟ੍ਰੋਨ ਹੈਗਾ ਵਾ, ਦੋ ਰੂਮ ਇੱਥੇ ਫ੍ਰੀ ਹੈਗੇ ਮੀਨ 2 Na3 ਜਿਹੜੇ ਆ ਇਹਦੇ ਵਿੱਚ ਆ ਕੇ ਫਿਲ ਹੋ ਜੂਗੇ। ਉਸ ਤੋਂ ਬਾਅਦ ਇੱਕ ਰੂਮ ਇੱਥੇ ਹੈਗਾ ਵਾ, ਇੱਕ ਇੱਥੇ ਜਿਹੜਾ Na3 ਆ ਉਹਦੇ ਫਿਲ ਹੋ ਜੂਗਾ। ਉਸ ਤੋਂ ਬਾਅਦ ਕਿੰਨੇ ਵਜੇ 3 ਰੁਪਏ ਦੇ ਪਏ ਉਹਦੇ ਵਾਸਤੇ ਸਾਨੂੰ 4d ਵੀ ਕੱਢੋ, ਕੋਈ 4d ਕੀ 4p कितने रूम होते हैं को 3 रूम ही होते। ठीक है जी, बना दो जी 1 2 और 3। देखो जी बॉडी होती भी लेकर बैठ सकते हैं
ਇਹ ਤੁਹਾਡੀ 3D ਹੈ 4s ਜਾਂ 4p ਹੈ ਠੀਕ ਹੈ ਜੀ ਇਹ ਤੁਹਾਡੇ ਸੈਂਟਰਲ ਮੈਟਲ ਐਟਮ ਦੇ 3 ਇਲੈਕਟ੍ਰੋਨ ਹੈ ਕ੍ਰੋਮੀਅਮ ਦੇ ਸੋ ਸੈਂਟਰਲ ਮੈਟਲ ਐਟਮ ਦੇ ਕੀ ਹੈ 3 ਇਲੈਕਟ੍ਰੋਨ ਹੈ ਇਹਦੇ ਵਿੱਚ ਕੀ ਕਿਹਦੇ ਨਾਲ ਬੌਂਡਿੰਗ ਕਰਨਗੇ ਲਿਗੈਂਡਸ ਦੇ ਨਾਲ ਤਾਂ ਲਿਗੈਂਡਸ ਦੇ ਵਿੱਚ ਭਾਗੋ ਸਰ ਸਾਨੂੰ ਕਿੰਨੇ ਲਿਗੈਂਡਸ ਹੈ Na3 ਕਿੰਨੇ ਹੈ 6 ਹੈ ਤੇ 6 ਹੀ ਹੁੰਦੇ ਆ 1 2 3 4 5 6 ਫਿਲ ਕਰ ਦੋ ਵਿੱਚ ਦੇਖੋ ਜੀ ਇੱਥੇ ਵੀ ਤੁਹਾਡਾ ਲਿਗੈਂਡਸ ਆ ਗਿਆ ਲੈ ਸਕਦੇ ਜੀ Na3 ਇੱਥੇ ਵੀ ਤੁਹਾਡਾ ਲਿਗੈਂਡਸ ਆ ਗਿਆ Na3 ਇਹਦੇ ਵਿੱਚ ਇੱਕ ਲਿਗੈਂਡਸ ਆ ਗਿਆ Na3 ਇਹਦੇ ਵਿੱਚ ਵੀ ਭਾਗੋ ਜੀ ਕਾਪੀ ਤੁਸੀਂ ਇਹਦੇ ਤੋਂ ਪੇਪਰ 'ਚ ਵੀ ਕਰਨਾ ਪਊਗਾ ਇਹਦੇ ਵਿੱਚ ਵੀ ਆ ਗਿਆ Na3 और जो पेपर पे करना तो इतना करके मार्क कर देता हूं इतना करके जिथे इथे लिखते हैं ना इतना करके मार्क कर देता ठीक है जी मीन जैसे ਤੁਹਾਡਾ ਕੋਆਰਡੀਨੇਸ਼ਨ ਕੰਪਲੈਕਸ ਬਣਦਾ ਪਿਆ ਕੋਆਰਡੀਨੇਸ਼ਨ ਕੰਪਲੈਕਸ ਬਣਦਾ ਪਿਆ ਸੋ ਦੇਖੋ ਜੀ ਪੈਰਾਮੈਗਨੈਟਿਕ ਦੇ ਅੰਦਰ ਕੀ ਦੱਸਿਆ ਹੈ ਪੇਡ ਇਲੈਕਟ੍ਰੋਨ ਦੇਖਿਆ ਪੇਡ ਹੁੰਦੇ ਆ ਅਨਪੇਡ ਹੁੰਦੇ ਆ ਸੋ ਇੱਥੇ ਦੇਖੋ ਸਾਰੇ ਅਨਪੇਡ ਹੀ ਇਹਦੇ ਵਿੱਚ ਮੈਂ ਬਹੁਤ ਜ਼ਿਆਦਾ ਇੱਕ ਰੂਮ ਦੇ ਵਿੱਚ 2 ਇਲੈਕਟ੍ਰੋਨ ਆ ਸਕਦੇ ਆ ਇੱਕ ਰੂਮ ਦੇ ਵਿੱਚ 2 ਇਲੈਕਟ੍ਰੋਨ ਆ ਸਕਦੇ ਆ ਹੁੰਦਾ ਨਾ ਜਿਵੇਂ ਸਾਡੇ ਕੋਲ ਡੀ ਹੈ ਡੀ ਦੇ ਵਿੱਚ ਮਿਨੀਮਮ 1 ਆ ਸਕਦੇ ਆ ਮੈਕਸਿਮਮ 10 ਆ ਸਕਦੇ ਆ ਜਾਂ ਪੇਅਰ ਬਣ ਸਕਦੇ ਤੇ 10 ਆ ਸਕਦੇ ਆ ਇੱਕ ਰੂਮ ਦੇ ਵਿੱਚ 2 ਪਰ ਇਹਦੇ ਵਿੱਚ ਸਿੰਗਲ ਹੈ ਇਹਦੇ ਵਿੱਚ ਸਿੰਗਲ ਹੈ ਇਹਦੇ ਵਿੱਚ ਸਿੰਗਲ ਹੈ ਠੀਕ ਹੈ ਜੀ ਸੋ ਅਨਪੇਡ ਹੈ ਸਾਰੇ ਇਲੈਕਟ੍ਰੋਨ ਆਪਾਂ ਲਿਖੀਏ ਕਿ ਪ੍ਰੋਪਰਟੀ ਦਾ ਕੈਰੈਕਟਰਿਸਟਿਕਸ ਲੈਣੀ ਹੈ ਦਿਖਾਓ ਵਰਸ਼ਨ ਕੀ ਹੈ ਤੁਸੀਂ ਦੱਸਣਾ ਪਹਿਲਾਂ ਤੁਸੀਂ ਜਿਓਮੈਟਰੀ ਕਿਹੜੀ ਬਣੀ ਹੈ ਕੋਆਰਡੀਨੇਸ਼ਨ ਨੰਬਰ 6 ਹੈ ਜਿਓਮੈਟਰੀ ਕਿਹੜੀ ਬਣੂਗੀ फर्स्ट कैरेक्टरिस्टिक्स की आ गया मेरा ऑक्टाहेड्रल ज्योमेट्री चलो ये चीज होगी हाइब्रिडाइजेशन की होगी देखो डी कितनी फिर है भाई 3D कितनी फिर है 1 2 ये होगा D2 देखो पर D2 S कितनी फिर है 1 फिर है d square s d2 s आ गया p कितनी है फिर e आ जाएगा d2 sp3 है यदि हाइब्रिडाइजेशन की आती d2 sp3 ये तुम्ही प्लस वन में पढ़या नहीं है तो क्लियर करो देखो मॉलिक्यूलर ऑर्बिटल थ्योरी ਦੇ ਵਿੱਚ ਤੁਹਾਨੂੰ ਇਹ ਆ ਜੀ ਜ਼ਿਆਦਾ ਰੱਖਣ ਦੀ ਲੋੜ ਨਹੀਂ ਹੈ ਆਪਣੇ ਆਪ ਬਣ ਜਾਣੀ ਹੈ ਦੇਖੋ ਠੀਕ ਹੈ ਜੀ ਆਪਾਂ ਪੜ੍ਹਦੇ ਨਾ sp3 ds2 ਹੁਣ ਇੱਕ ਚੀਜ਼ ਹੋਰ ਇਸ ਤਰ੍ਹਾਂ ਰੋਸ਼ਨੀ ਹੈ ਲੋਸ ਵਿੱਚ